मैं मूर्ख की केतक बात है, कोट पराधी तरियारे। गुरु नानक जिन सुनिया पेखिया, से फिर गर्भास ना परियारे। गुरु नानक जिन सुनिया पेखिया, से फिर गर्भास ना परियारे। जगत गुरु धन 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਪਾਵਨ ਵਿਚਾਰ ਦੇ ਨਾਲ ਅਸੀਂ ਸਾਂਝ ਪਾ ਰਹੇ ਹਾਂ। ਅੱਜ 12ਵੀਂ ਪੌੜੀ ਤੋਂ ਵਿਚਾਰ ਆਰੰਭ ਹੋਣ ਜਾ ਰਹੀ ਹੈ। ਪਾਵਨ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਰਸਪਨੀ ਆਵਾਜ਼ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ ਜਗਤ ਨੂੰ ਇੱਕ ਏਮ ਦਿੱਤਾ ਕਿ ਹਰ ਜੀਵ ਸਚਿਆਰ ਹੋ ਜਾਏ। ਜਦੋਂ ਪੂਰੇ ਵਿਸ਼ਵ ਦੇ ਵਿੱਚ ਸਚਿਆਰਤਾ ਫੈਲ ਜਾਏਗੀ, ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ ਪੱਖ, ਸਰੀਰਕ, ਬੌਧਿਕ, ਮਾਨਸਿਕ, ਆਤਮਿਕ, ਪਰਿਵਾਰਿਕ, ਵਿਹਾਰਿਕ, ਕੁਦਰਤੀ ਪੱਖ, ਸਾਰਿਆਂ ਪੱਖਾਂ ਤੋਂ ਵਿਸ਼ਵ ਦੇ ਵਿੱਚ ਸ਼ਾਂਤੀ ਤੇ ਆਨੰਦ ਫੈਲ ਜਾਏਗਾ। ਇਹ ਸੰਸਾਰ ਜਿਹੜਾ ਹੈ ਬੇਗਮ ਪੂਰਾ ਹੋ ਜਾਏਗਾ, ਜਿੱਥੇ ਕੋਈ ਗਮ ਦੁੱਖ ਨਹੀਂ ਰਹੇਗਾ। ਹਰ ਕਾ ਬਾਗਰਾ ਬਣ ਜਾਏਗਾ, ਖਿੜਿਆ ਹੋਇਆ ਹੋ ਜਾਏਗਾ, ਵਿਗਾਸਤਾ ਵਿੱਚ ਆ ਜਾਏਗਾ। ਤੇ ਸਚਿਆਰ ਬਣਨ ਲਈ ਕੀ ਕਰਨਾ ਪਏਗਾ? ਹੁਕਮ ਰਜ਼ਾਈ ਚੱਲਣਾ, ਉਸ ਰਜ਼ਾ ਦੇ ਮਾਲਕ ਦੀ ਰਜ਼ਾ ਵਿੱਚ ਆਉਣਾ ਪਏਗਾ, ਉਹਦੇ ਨਿਯਮਾਂ ਮੁਤਾਬਕ ਜ਼ਿੰਦਗੀ ਨੂੰ ਜਿਉਣਾ ਪਏਗਾ। ਸਤਿਗੁਰੂ ਪਾਤਸ਼ਾਹ ਜੀ ਅੱਜ ਸਾਡੇ ਜੀਵਾਂ ਤੇ ਮਿਹਰਮਤ ਕਰ ਰਹੇ ਹਨ। ਜਿਨ੍ਹਾਂ ਨੇ ਹੁਕਮ ਨੂੰ ਮੰਨਿਆ, ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਈ? ਆਰੰਭ ਦੇ ਬਚਨ, ਮੰਨੇ ਕੀ ਗਤ ਕਹੀ ਨਾ ਜਾਏ। ਮੰਨੇ ਭਾਵ ਜਿਹਨੇ ਮੰਨ ਲਿਆ। ਇਸ ਪੌੜੀ ਵਿੱਚ 2 ਵਾਰ ਮੰਨੇ ਸ਼ਬਦ ਆਉਂਦਾ ਹੈ ਨੰਨੇ ਨੂੰ ਲਾਂ ਦੇ ਨਾਲ। ਇਹਦਾ ਅਰਥ ਬਣ ਗਿਆ ਜਿਹਨੇ ਮੰਨ ਲਿਆ। ਅਗਲੀਆਂ 3 ਪੌੜੀਆਂ ਵਿੱਚ ਨੰਨੇ ਨੂੰ ਦਲਾਵਾਂ ਆਣਗੀਆਂ, ਉਹਦਾ ਅਰਥ ਬਣੇਗਾ ਮੰਨਣ ਨਾਲ। ਇੱਕ ਇਹ ਧਿਆਨ ਰੱਖਣ ਯੋਗ ਹੈ। ਦੂਸਰਾ, ਜੇ ਕੋ ਮਨ ਜਾਣੇ ਮਨ ਕੋਏ, ਇੱਥੇ ਅਗਲਾ ਆਏਗਾ ਜੇ ਕੋ ਮਨ ਜਾਣੇ, ਉੱਥੇ ਮੰਮੇ ਤੇ ਟਿੱਪੀ ਹੈ, ਮੰਨ ਲਵੇ। ਮਨ ਕੋਏ, ਦੂਜਾ ਮਨ ਮੰਮਾ ਮੁਕਤਾ ਹੈ ਮਨ ਵਿੱਚ। ਇਹ 2 ਚੀਜ਼ਾਂ ਦਾ ਇਹਨਾਂ ਪੌੜੀਆਂ 'ਚ ਧਿਆਨ ਰੱਖਣ ਦੀ ਜ਼ਰੂਰਤ ਹੈ। ਗੁਰੂ ਜੀ ਆਖਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ। ਜਿਹਨੇ ਮੰਨ ਲਿਆ ਗੁਰੂ ਦੇ ਹੁਕਮ ਨੂੰ, ਜੇ ਇੱਕ ਗੁਰ ਕੀ ਸਿੱਖ ਸੁਣੀ, ਉਹ ਜਿਹੜੀ ਸਿੱਖਿਆ ਸੀ ਸੁਣਿਆ, ਉਸ ਸਿੱਖ ਨੂੰ ਸੁਣਨ ਦੇ ਨਾਲ ਤੇ ਸੁਣਨ ਤੋਂ ਬਾਅਦ ਜਿਹਨੇ ਮੰਨ ਲਿਆ, ਉਹਦੀ ਅਵਸਥਾ ਦੱਸੀ ਨਹੀਂ ਜਾ ਸਕਦੀ। 3 ਚੀਜ਼ਾਂ ਮੰਨੀਆਂ ਜਾਂਦੀਆਂ ਨੇ। ਇੱਕ ਹੈ ਲੌਕਿਕ, ਇਸ ਲੋਕ ਦਾ। ਦੂਸਰਾ ਹੈ ਪਰਾਲੌਕਿਕ, ਪਰਲਾ ਲੋਕ ਜਿਹਦੇ ਬਾਰੇ ਪਤਾ ਨਹੀਂ। ਪਰ ਇੱਥੇ ਲੌਕਿਕ ਤੇ ਪਰਾਲੌਕਿਕ ਜਿਹਦੇ ਬਾਰੇ ਪਤਾ ਹੀ ਨਹੀਂ ਕਿਸੇ ਨੂੰ, ਉਹਦੀ ਗੱਲ ਨਹੀਂ ਚੱਲ ਰਹੀ। ਇੱਥੇ ਗੱਲ ਚੱਲ ਰਹੀ ਹੈ ਅਲੌਕਿਕ ਜੀਵਨ ਦੀ, ਅਦਭੁਤ ਜੀਵਨ। ਉਹ ਜੀਵਨ ਜਿਹਦੇ ਵਿੱਚ ਹੁਣ ਕੋਈ ਵਿਕਾਰ ਨਹੀਂ ਬਚਿਆ, ਜਿਹਦੇ ਵਿੱਚ ਕ੍ਰੋਧ, ਨਿੰਦਿਆ, ਝੂਠ, ਚੁਗਲੀ ਨਹੀਂ ਬਚੀ, ਜਿਹਦੇ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ ਹੈ, ਜਿਹਦੇ ਵਿੱਚ ਗੁਣ ਹੀ ਹਨ। ਲੌਕਿਕ ਅਦਭੁਤ ਜੀਵਨ। ਤੇ ਉਸ ਜੀਵਨ ਦੀ ਅਵਸਥਾ ਦੱਸੀ ਨਹੀਂ ਜਾ ਸਕਦੀ। ਹੁਣ ਕੋਈ ਮਨੁੱਖ ਮਿਸ਼ਰੀ ਦਾ ਸ਼ਰਬਤ ਪੀਵੇ ਤੇ ਮਿਸ਼ਰੀ ਦਾ ਸ਼ਰਬਤ ਪੀ ਕੇ ਉਹ ਮਿਸ਼ਰੀ ਦੇ ਸ਼ਰਬਤ ਦੇ ਗੁਣਗਾਨ ਕਰੇ ਕਿ ਇੰਨਾ ਮਿੱਠਾ, ਇੰਨਾ ਸਵਾਦ। ਜਿਹਨੇ ਨਹੀਂ ਪੀਤਾ ਉਹਨੂੰ ਕਿਵੇਂ ਪਤਾ ਹੈ? ਜਿਹਨੇ ਪੀਤਾ ਉਸ ਰਸ ਨੂੰ ਸਿਰਫ ਉਹ ਜਾਣਦਾ ਹੈ। ਅਲੌਤੀ ਕਾ ਜੈਸੇ ਭਇਆ ਬਰਿੰਡਾ, ਜਿਨ ਪੀਆ ਤਿਨ ਜਾਣਿਆ। ਬਰਿੰਡਾ ਮੈਨੇ ਸ਼ਰਬਤ, ਅਲੌਤੀ ਮੈਨੇ ਮਿਸ਼ਰੀ। ਜਿਹਨੇ ਮਿਸ਼ਰੀ ਦਾ ਸ਼ਰਬਤ ਪੀਤਾ ਹੈ ਉਹਨੂੰ ਪਤਾ ਹੈ ਇਹਦਾ ਰਸ ਕੀ, ਸਵਾਦ ਕੀ। ਦੂਜੇ ਨੂੰ ਕੀ ਪਤਾ ਹੈ? ਹੁਕਮ ਰਜ਼ਾਈ ਚੱਲਣਾ, ਉਸ ਰਜ਼ਾ ਦੀ ਵਿੱਚ ਆ ਜਾਣ ਨਾਲ, ਰਜ਼ਾਈ ਦੇ ਹੁਕਮ ਦੇ ਵਿੱਚ ਆਉਣ ਨਾਲ ਜਿਹੜਾ ਸੁੱਖ ਆਨੰਦ ਮਿਲਦਾ ਹੈ, ਉਹ ਤੀਰਥ ਨਹਾਉਣ ਵਾਲੇ ਨੂੰ ਕੀ ਪਤਾ ਹੈ? ਉਹ ਮਾਲਾ ਫੇਰਨ ਵਾਲੇ ਨੂੰ ਕੀ ਪਤਾ ਹੈ? ਜਿਹੜਾ ਆਨੰਦ ਮਾਲਕ ਦੀ ਰਜ਼ਾ ਵਿੱਚ ਜ਼ਿੰਦਗੀ ਜਿਉਣ ਕਰਕੇ ਬਤੀਤ ਹੋਣ ਨਾਲ ਮਿਲਦਾ ਹੈ, ਉਹ ਦੁਨਿਆਵੀ ਸੁੱਖਾਂ ਪਦਾਰਥਾਂ ਵਿੱਚ ਕਿੱਥੇ ਹੈ? ਸੋਹਣੇ ਗੱਦਿਆਂ, ਸੋਹਣੇ ਪਕਵਾਨਾਂ, ਭੋਜਨਾਂ 'ਚ ਕਿੱਥੇ ਹੈ? ਉਹਨੂੰ ਕਿਵੇਂ ਪਤਾ ਲੱਗੇਗਾ ਉਸ ਆਨੰਦ ਦਾ? ਜਿਹਦੇ ਸੂਈ ਚੁੱਭ ਜਾਏ ਉਹ ਪੀੜ ਨਾਲ ਚੀਖ ਉੱਠਦਾ ਹੈ, ਉਹਨੂੰ ਕੀ ਪਤਾ ਹੈ
ਕਿ ਸਮਾਜ ਦੀ ਸੇਵਾ ਕਰਕੇ ਆਰੇ ਨਾਲ ਸੀਲ ਦੇ 2 ਟੁਕੜੇ ਕਰਾਉਣ ਦਾ ਆਨੰਦ ਕਿੰਨਾ ਹੈ। ਉਸ ਆਨੰਦ ਨੂੰ ਉਹੀ ਜਾਣੇਗਾ ਨਾ। ਉਹਨੂੰ ਪਤਾ ਹੈ ਆਨੰਦ ਦਾ ਜਿਨ੍ਹਾਂ ਮਾਵਾਂ ਨੇ ਬੱਚਿਆਂ ਦੇ ਟੁਕੜੇ ਕਰਾ ਕੇ ਝੋਲੀਆਂ 'ਚ ਪਾਏ, ਗਲਾਂ 'ਚ ਹਾਰ ਪਵਾਏ। ਉਹਨਾਂ ਮਾਵਾਂ ਨੂੰ ਕੀ ਪਤਾ ਜਿਨ੍ਹਾਂ ਨੇ ਬੱਚਿਆਂ ਨੂੰ ਗੋਦ 'ਚ ਬੈਠ ਕੇ ਫਿਲਮਾਂ ਤੇ ਦਿਖਾਈਆਂ, ਪਰ ਪਤਾ ਨਹੀਂ ਧਰਮ ਦਾ ਆਨੰਦ ਕੀ ਹੈ, ਰਜ਼ਾ ਦਾ ਆਨੰਦ ਕੀ ਹੈ। ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਵੀ ਨਹੀਂ ਸਿਖਾਈ, ਉਹਨੂੰ ਕੀ ਪਤਾ ਇਸ ਆਨੰਦ ਦਾ। ਜਿਨ੍ਹਾਂ ਮਾਣਿਆ ਰਜ਼ਾ ਨੂੰ ਜੀਵਿਆ, ਉਹਦੀ ਰਜ਼ਾ ਦੇ ਵਿੱਚ ਸੁੱਖ ਦੁੱਖ ਖੁਸ਼ੀ ਗਮੀ ਨੂੰ ਸਮ ਕਰਕੇ ਸਹਾਰਿਆ ਹੈ, ਉਹਨਾਂ ਦਾ ਆਨੰਦ ਹੀ ਵੱਖਰਾ ਹੈ। ਮੰਨੇ ਕੀ ਗਤ ਕਹੀ ਨਾ ਜਾਈ, ਜਿਹਨੇ ਮੰਨ ਲਿਆ ਉਹਦੀ ਅਵਸਥਾ ਦੱਸੀ ਨਹੀਂ ਜਾ ਸਕਦੀ। ਕੋਈ ਆਦਮੀ ਦਿੱਲੀ ਗਿਆ ਹੀ ਨਹੀਂ, ਦਿੱਲੀ ਬਾਰੇ ਕੀ ਦੱਸੇਗਾ, ਦਿੱਲੀ ਵਿੱਚ ਕੀ ਹੈ, ਕਿਹੋ ਜਿਹਾ ਜਨ ਜੀਵਨ ਹੈ, ਕਿਹੋ ਜਿਹਾ ਵਾਤਾਵਰਨ, ਕਿਹੋ ਜਿਹਾ ਮਾਹੌਲ। ਜਿਹਨੇ ਉਸ ਰੱਬੀ ਨਿਯਮਾਂ ਨੂੰ ਜੀ ਕੇ ਨਹੀਂ ਦੇਖਿਆ, ਉਹਦੇ ਬਾਰੇ ਉਹ ਕੀ ਦੱਸੇਗਾ, ਉਹਦਾ ਆਨੰਦ ਕੀ ਹੈ। ਉਹਦੇ ਆਨੰਦ ਬਾਰੇ ਦੱਸਿਆ ਨਹੀਂ ਜਾ ਸਕਦਾ। ਆਨੰਦ ਨੂੰ ਮਾਣਨਾ ਪੈਣਾ ਹੈ, ਅਲੌਤੀ ਦਾ ਸ਼ਰਬਤ ਪੀਣਾ ਪੈਣਾ ਹੈ। ਕੋਈ ਆਖਦਾ ਹੈ ਫੁੱਲ ਬੜਾ ਸੋਹਣਾ ਹੈ, ਗੁਲਾਬ ਦਾ ਫੁੱਲ ਮੈਂ ਦੇਖ ਕੇ ਆਇਆ, ਬੜਾ ਖੂਬਸੂਰਤ। ਦੂਜਾ ਆਖਦਾ ਕਿੰਨਾ ਕੁ ਖੂਬਸੂਰਤ, ਉਹ ਆਖਦਾ ਬਹੁਤ। ਕਿੰਨਾ ਕੁ, ਉਹ ਆਖਦਾ ਵੰਡਰਫੁੱਲ, ਹੈਰਾਨੀਜਨਕ। ਕਿੰਨਾ ਕੁ, ਬਹੁਤ ਸੋਹਣਾ। ਉਹ ਕਹੇਗਾ ਦੱਸਦੇ ਸੀ ਕਿੰਨਾ ਕੁ, ਕਿੰਨੇ ਲੀਟਰ ਸੋਹਣਾ ਹੈ, ਕਿੰਨੇ ਮੀਟਰ ਸੋਹਣਾ ਹੈ, ਕਿੰਨੇ ਕਿਲੋ ਸੋਹਣਾ ਹੈ, 5 ਕਿਲੋ ਸੋਹਣਾ ਕਿ 10 ਕਿਲੋ ਸੋਹਣਾ, ਜਾਂ ਕਿੰਨੇ ਮੀਟਰ ਸੋਹਣਾ ਹੈ, 10 ਮੀਟਰ 20 ਮੀਟਰ ਸੋਹਣਾ, ਚੰਗੀ ਤਰ੍ਹਾਂ ਦੱਸ। ਉਹ ਕਹੇਗਾ ਉਹਨੂੰ ਲੀਟਰਾਂ ਮੀਟਰਾਂ 'ਚ ਨਹੀਂ ਨਾਪਿਆ ਜਾ ਸਕਦਾ। ਗੁਲਾਬ ਦੇ ਫੁੱਲ ਦੀ ਖੂਬਸੂਰਤੀ ਨੂੰ ਜਿਹਨੇ ਦੇਖਣਾ ਮੰਨਣਾ, ਉਹਨੂੰ ਆਪ ਦੇਖਣਾ ਪਏਗਾ। ਕਿੰਨਾ ਸੋਹਣਾ ਇਹ ਜਾਣਨ ਵਾਸਤੇ ਆਪ ਦੇਖਣਾ ਪਏਗਾ, ਉਹਨੂੰ ਮੰਨਣਾ ਪਏਗਾ, ਗੱਲਾਂ ਦੇ ਨਾਲ ਨਹੀਂ। ਜਿੰਨੀ ਮਰਜ਼ੀ ਕੋਈ ਅਵਸਥਾ ਮੰਨਣ ਵਾਲੀ ਦੀ ਦੱਸੀ ਜਾਏ, ਅਸੀਂ ਤੇ ਇੱਕ ਗੁਲਾਬ ਦੇ ਫੁੱਲ ਦੀ ਖੂਬਸੂਰਤੀ ਨਹੀਂ ਮਿਣ ਕੇ ਦੱਸ ਸਕਦੇ ਕਿੰਨੀ ਕੁ ਹੈ। ਉਹਨੂੰ ਆਪ ਜਾ ਕੇ ਦੇਖਣਾ ਪੈਂਦਾ, ਮੰਨਣਾ ਪੈਂਦਾ, ਉਹਦੇ ਸੁਹੱਪਣ ਨੂੰ, ਉਹਦੀ ਸੁੰਦਰਤਾ ਨੂੰ। ਤੇ ਜਿਹੜਾ ਰੱਬੀ ਰਜ਼ਾ ਨੂੰ ਮੰਨ ਕੇ ਜ਼ਿੰਦਗੀ ਜਿਉਂਦਾ, ਉਹਦੀ ਅਵਸਥਾ ਨੂੰ ਕੌਣ ਜਾਣੇਗਾ। ਉਹਨੂੰ ਮੰਨਣਾ ਹੀ ਪਏਗਾ। कबीर चरण कमल की मौज को कहो कैसे अनुमान, कहबे को शोभा नहीं देखा ही प्रमाण। ਉਹਨਾਂ ਚਰਨਾਂ ਦੀ ਮੌਜ ਨੂੰ ਦੇਖਣ ਤੋਂ ਬਾਅਦ ਬਿਆਨ ਕੀਤਿਆਂ ਗੱਲ ਨਹੀਂ ਪੜਨੀ, ਬਲਕਿ ਦੇਖਣਾ ਪਏਗਾ, ਆਪ ਮੰਨਣਾ ਪਏਗਾ। ਕਿਸੇ ਬੱਚੇ ਦੀ ਮਾਂ ਬਹੁਤ ਬਿਮਾਰ ਸੀ, ਪਲੰਗ ਤੇ ਪਈ ਹੋਈ ਸੀ, ਤੁਰ ਫਿਰ ਨਹੀਂ ਸਕਦੀ ਸੀ। ਉਹ ਬੱਚਾ ਬਾਹਰ ਖੇਡਦਿਆਂ ਖੇਡਦਿਆਂ ਕਿਤੇ ਸਮੁੰਦਰ ਦੇ ਕਿਨਾਰੇ ਆ ਗਿਆ। ਉਹਨੇ ਸਮੁੰਦਰ ਨੂੰ ਦੇਖਿਆ, ਦੂਰ ਦੂਰ ਤੱਕ ਫੈਲਿਆ ਵਿਸ਼ਾਲ ਅਸੀਮ ਸਮੁੰਦਰ। ਲਹਿਰਾਂ ਆਉਂਦੀਆਂ ਨੇ ਜਿਹੜੀਆਂ ਦਰਿਆ ਦੇ ਉਸ ਸਮੁੰਦਰ ਦੇ ਕਿਨਾਰੇ ਨਾਲ ਟਕਰਾ ਕੇ, ਪੱਥਰਾਂ ਨਾਲ ਟਕਰਾ ਕੇ ਵਾਪਸ ਜਾਂਦੀਆਂ ਨੇ। ਇੱਕ ਮਿੱਠਾ ਸੰਗੀਤ ਪੈਦਾ ਹੁੰਦਾ ਹੈ। ਉਸ ਕਿਨਾਰੇ 'ਤੇ ਕੁਝ ਫੁੱਲ ਖਿੜੇ ਨੇ, ਫੁੱਲਾਂ 'ਤੇ ਸੁਗੰਧੀ ਹੈ, ਭੰਵਰੇ ਗੁੰਜਾਰ ਪਾਉਂਦੇ ਨੇ, ਤਿਤਲੀਆਂ ਉਡਾਰੀ ਮਾਰਦੀਆਂ ਨੇ, ਪੰਛੀ ਮਿੱਠੇ ਗੀਤ ਗਾ ਰਹੇ ਨੇ। ਦੂਰ ਪਹਾੜਾਂ ਦੇ ਉੱਪਰ ਬਰਫ਼ਾਂ ਨਾਲ ਲੱਦਿਆ ਹੋਇਆ ਪਹਾੜ ਖੂਬਸੂਰਤੀ ਪੇਸ਼ ਕਰ ਰਿਹਾ ਹੈ। ਸੂਰਜ ਨਿਕਲ ਰਿਹਾ, ਸੂਰਜ ਦੀਆਂ ਕਿਰਨਾਂ ਆ ਰਹੀਆਂ ਨੇ, ਸੁਗੰਧਿਤ ਵਾਤਾਵਰਨ ਹੈ, ਮਿੱਠੀ ਪੰਛੀਆਂ ਦੇ ਗੀਤ ਦੀ ਆਵਾਜ਼, ਸੰਗੀਤ ਦੀ ਧੁਨ ਸੁਣਾਈ ਦੇ ਰਹੀ ਹੈ। ਉਸ ਬੱਚੇ ਨੇ ਸੋਚਿਆ, ਕਾਸ਼ ਮੇਰੀ ਮਾਂ ਇਸ ਕੁਦਰਤੀ ਸੁਹਾਵਣੇ ਦ੍ਰਿਸ਼ ਨੂੰ ਦੇਖ ਲੈਂਦੀ, ਠੀਕ ਹੋ ਜਾਂਦੀ। ਇੰਨਾ ਖੂਬਸੂਰਤ ਦ੍ਰਿਸ਼ ਹੈ ਕੁਦਰਤ ਦਾ, ਕੁਦਰਤ ਨਾਲ ਜੁੜ ਕੇ ਠੀਕ ਹੋ ਜਾਂਦੀ। ਮੈਂ ਇਹ ਦ੍ਰਿਸ਼ ਆਪਣੀ ਮਾਂ ਨੂੰ ਦਿਖਾਵਾਂਗਾ। ਉਸ ਬੱਚੇ ਨੇ ਇੱਕ ਬਕਸਾ ਲਿਆ। ਬਕਸੇ ਵਿੱਚ ਉਹਨੇ ਸੁਗੰਧਿਤ ਹਵਾਵਾਂ ਭਰ ਦਿੱਤੀਆਂ। ਬਕਸੇ ਦੇ ਵਿੱਚ ਉਹਨੇ ਪੰਛੀਆਂ ਦੇ ਗੀਤ ਭਰ ਲਏ, ਕੁਝ ਫੁੱਲ ਤੋੜ ਕੇ ਉਹਦੇ ਵਿੱਚ ਪਾ ਦਿੱਤੇ, ਸਮੁੰਦਰ ਦੀਆਂ ਲਹਿਰਾਂ ਦਾ ਪਾਣੀ ਵਿੱਚ ਪਾ ਦਿੱਤਾ, ਔਰ ਸਾਰਾ ਕੁਝ ਬੰਦ ਕਰਕੇ ਸੋਚਦਾ ਮਾਂ ਨੂੰ ਦਿਖਾਵਾਂਗਾ, ਮਾਂ ਕੁਦਰਤ ਦਾ ਦ੍ਰਿਸ਼ ਦੇਖ ਕੇ ਖੁਸ਼ ਹੋ ਜਾਏਗੀ। ਕਰ ਗਿਆ। ਮਾਂ ਨੂੰ ਆਖਦਾ, ਮਾਂ ਹੁਣ ਤੂੰ ਠੀਕ ਹੋ ਜਾਏਗੀ, ਮੈਂ ਇੱਕ ਕੁਦਰਤ ਦਾ ਸੁਹਾਵਣਾ ਦ੍ਰਿਸ਼ ਤੇਰੇ ਵਾਸਤੇ ਲੈ ਕੇ ਆਇਆ। ਸਮੁੰਦਰ ਦੀਆਂ ਲਹਿਰਾਂ, ਸੁੰਦਰ ਖੂਬਸੂਰਤ ਫੁੱਲ, ਉਹਨਾਂ ਦੀ ਸੁਗੰਧੀ, ਪੰਛੀਆਂ ਦੇ ਗੀਤ, ਕੋਇਲ ਦੀ ਕੂ-ਕੂ। ਜਦੋਂ ਬੱਚੇ ਨੇ ਬਕਸਾ ਖੋਲ੍ਹਿਆ, ਨਿਰਾਸ਼ ਹੋ ਗਿਆ। ਸਮੁੰਦਰ ਦਾ ਪਾਣੀ ਬਦਬੂ ਮਾਰਨ ਲੱਗ ਪਿਆ, ਫੁੱਲਾਂ ਦੀ ਸੁਗੰਧੀ ਮਰ ਗਈ, ਵਿੱਚੋਂ ਕੋਈ ਪੰਛੀਆਂ ਦੇ ਗੀਤ ਨਹੀਂ ਆਏ। ਕਿਉਂ? ਕਿਉਂਕਿ ਉਹਨੂੰ ਮੰਨਣਾ ਪਏਗਾ, ਵਿਖਿਆਨ ਨਹੀਂ ਉਹਦਾ ਹੋ ਸਕਦਾ। ਉਸ ਆਨੰਦ ਨੂੰ ਸ਼ਬਦਾਂ ਦੇ ਬਕਸੇ 'ਚ ਕੈਦ ਨਹੀਂ ਕੀਤਾ ਜਾ ਸਕਦਾ। ਉਸ ਆਨੰਦ ਨੂੰ ਆਪ ਜਾ ਕੇ ਮੰਨਣਾ ਪਏਗਾ। ਮੰਨੇ ਕੀ ਗਤ ਕਹੀ ਨਾ ਜਾਏ, ਉਸ ਅਵਸਥਾ ਦਾ ਕੌਣ ਬਿਆਨ ਕਰ ਸਕਦਾ ਹੈ। ਜੇ ਕੋ ਕਹੈ ਪਿੱਛੇ ਪਛਤਾਏ, ਤੇ ਜੇ ਕੋਈ ਉਹ ਅਵਸਥਾ ਦੱਸਣੀ ਚਾਹੇ ਤੇ ਪਛਤਾਵਾ ਹੋਏਗਾ। ਮਲਿਕ ਭਾਗੋ ਆਖਦੇ ਗੁਰੂ ਨਾਨਕ ਸਾਹਿਬ ਨੂੰ ਕਿ ਭਾਈ ਲਾਲੋ ਦੇ ਘਰ ਤੋਂ ਉਹਨੂੰ ਕੀ ਮਿਲਿਆ? ਕੋਦਰੇ ਦੀ ਰੋਟੀ ਖਾਣੇ ਹੋ ਸੁੱਕੀ,
ਟੁੱਟੀ ਹੋਈ ਮੰਜੇ ਤੇ ਸੌਂਦੇ ਹੋ। ਮੇਰੇ ਮਹਿਲਾਂ 'ਚ ਆਓ, ਇੱਥੇ ਤੇ ਦੁੱਧ, ਘਿਓ, ਬਦਾਮ, ਖੀਰ, ਮਾਲ ਪੂੜੇ ਨੇ, ਬਦਾਮਾਂ ਵਾਲੀਆਂ ਖੀਰਾਂ ਨੇ, ਇਹਨਾਂ ਨੂੰ ਖਾਓ। ਸੋਹਣੇ ਗੱਦਿਆਂ ਵਾਲੇ ਪਲੰਘ ਨੇ, ਇਹਨਾਂ ਤੇ ਆਰਾਮ ਕਰੋ। ਇਹਦੇ ਵਰਗਾ ਸੁੱਖ ਕਿਤੇ ਨਹੀਂ ਮਿਲਣਾ। ਤੇ ਗੁਰੂ ਨਾਨਕ ਪਾਤਸ਼ਾਹ ਆਪਣੀ ਜੇਬ ਦੇ ਵਿੱਚੋਂ ਇੱਕ ਬੀਜ ਕੱਢਦੇ ਨੇ ਕਿੱਕਰ ਦਾ, ਜਿਹੜਾ ਬਹੁਤ ਗੋਲ ਜਿਹਾ, ਕੋਮਲ ਜਿਹਾ ਹੁੰਦਾ। ਉਸ ਮਲਿਕ ਭਾਗੋ ਦੀ ਤਲੀ ਤੇ ਰੱਖਿਆ। ਮਲਿਕ ਭਾਗੋ, ਇਸ ਬੀਜ ਨੂੰ ਮਲ ਕੇ ਦੇਖ। ਉਹਨੇ ਬੀਜ ਨੂੰ ਮਲਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕੁਛ ਹੋਇਆ? ਕਹਿਣ ਲੱਗਾ, ਨਹੀਂ। ਸਤਿਗੁਰੂ ਕਹਿਣ ਲੱਗੇ, ਦੁਬਾਰਾ ਮਲ। ਮਲਿਕ ਭਾਗੋ ਨੇ ਦੁਬਾਰਾ ਬੀਜ ਨੂੰ ਚੰਗੀ ਤਰ੍ਹਾਂ ਮਲਿਆ। ਸਤਿਗੁਰੂ ਆਖਦੇ ਨੇ, ਕੁਛ ਹੋਇਆ? ਕਹਿਣ ਲੱਗਾ, ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੈਨੂੰ ਕੰਡੇ ਚੁਭਣੇ ਚਾਹੀਦੇ ਸਨ, ਇਹ ਕਿੱਕਰ ਦਾ ਬੀਜ ਹੈ। ਮਲਿਕ ਭਾਗੋ ਹੱਸ ਪਿਆ। ਕਹਿਣ ਲੱਗਾ, ਸਤਿਗੁਰੂ ਬੀਜ ਹੈ, ਜਦੋਂ ਉੱਗੇਗਾ, ਰੁੱਖ ਬਣੇਗਾ, ਕੰਡੇ ਲੱਗਣਗੇ, ਫਿਰ ਚੁਭਣਗੇ, ਅਜੇ ਤੇ ਬੜਾ ਕੋਮਲ ਹੈ। ਸਤਿਗੁਰੂ ਪਾਤਸ਼ਾਹ ਆਖਦੇ ਨੇ, ਆਹ ਜਿਹੜੇ ਤੇਰੇ ਮਾਲ ਪੂੜੇ ਬੜੇ ਕੋਮਲ ਨੇ, ਪਰ ਇਹਨਾਂ ਵਿੱਚ ਗਰੀਬਾਂ ਦਾ ਖੂਨ ਹੈ। ਤੂੰ ਜ਼ਿਮੀਂਦਾਰਾਂ ਦਾ, ਮਜ਼ਦੂਰਾਂ ਦਾ ਹੱਕ ਮਾਰਦਾ ਹੈ, ਉਹਨਾਂ ਨੂੰ ਪੂਰੇ ਪੈਸੇ ਨਹੀਂ ਦਿੰਦਾ, ਉਹਨਾਂ ਦਾ ਹੱਕ ਮਾਰ ਕੇ ਕਰ ਲਿਆਨੇ, ਸਾਰਾ ਸਾਲ ਉਹਨਾਂ ਦਾ ਖੂਨ ਪੀਨੇ, ਤੇ ਇੱਕ ਦਿਨ ਬ੍ਰਹਮ ਭੋਜ ਕਰਕੇ ਧਰਮੀ ਬਣ ਜਾਂਦੇ। ਸਾਡੇ ਵਿੱਚੋਂ ਵੀ ਬਹੁਤ ਹਾਲਾਤ ਕਈਆਂ ਦੇ ਐਸੇ ਨੇ, ਸਾਰਾ ਦਿਨ ਫੈਕਟਰੀਆਂ ਵਿੱਚ ਮਜ਼ਦੂਰਾਂ ਦਾ ਖੂਨ ਚੂਸ ਕੇ, ਉਹਨਾਂ ਦਾ ਹੱਕ ਮਾਰ ਕੇ, ਤੇ ਸਾਲ 'ਚ ਇੱਕ ਦਿਨ ਪਾਠ ਰਖਾ ਕੇ ਇੱਕ ਉਪਾਧੀ ਲੈ ਲੈਣਗੇ ਗੁਰਮੁਖ ਦੀ। ਗੁਰਮੁਖਾਂ ਨੇ ਪਾਠ ਰਖਾਇਆ, ਸਰੂਪਾ ਵੀ ਮਿਲ ਜਾਂਦਾ। ਇਹ ਕੰਮ ਤੇ ਮਲਿਕ ਭਾਗੋ ਵੀ ਕਰ ਰਿਹਾ ਸੀ। ਸਾਰਾ ਸਾਲ ਗਰੀਬਾਂ ਨੂੰ ਲੁੱਟ ਕੇ ਇੱਕ ਦਿਨ ਉਹ ਬ੍ਰਹਮ ਭੰਡਾਰਾ ਕਰ ਲੈਂਦਾ ਸੀ ਤੇ ਧਰਮੀ ਹੋ ਜਾਂਦਾ ਸੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੂੰ ਆਪਣੇ ਦੁੱਧ, ਘਿਓ, ਮਾਲ ਪੂੜੇ ਦੇਖ, ਇਹਨਾਂ 'ਚ ਗਰੀਬਾਂ ਦਾ ਖੂਨ ਮੈਨੂੰ ਨਜ਼ਰ ਆ ਰਿਹਾ ਹੈ, ਪਰ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਦੇਖ, ਸੱਚੀ ਸੁੱਚੀ ਕਿਰਤ ਦਾ ਉਹਦੇ 'ਚ ਦੁੱਧ ਛੁਪਿਆ ਹੋਇਆ ਹੈ। ਜਿਹੜਾ ਆਨੰਦ ਉਸ ਕੋਧਰੇ ਦੀ ਰੋਟੀ ਨੂੰ ਖਾਣ ਤੇ ਆਉਂਦਾ ਹੈ, ਉਹਦੇ ਟੁੱਟੇ ਮੰਜੇ ਤੇ ਆਰਾਮ ਕਰਨ ਤੇ ਆਉਂਦਾ ਹੈ, ਉਹ ਆਨੰਦ ਤੇਰੇ ਇਹਨਾਂ ਗੱਦਿਆਂ ਤੇ ਮਹਿਲਾਂ ਵਿੱਚ ਨਹੀਂ ਹੈ। ਆਲੇ ਦੁਆਲੇ ਲੋਕ ਵੀ ਖੜੇ ਸਨ, ਉਹਨਾਂ ਸਾਹਮਣੇ ਬੜਾ ਸ਼ਰਮਿੰਦਾ ਹੋਇਆ, ਕਿਉਂਕਿ ਸੱਚ ਸੀ। ਹੁਣ ਸਮਝ ਪੈ ਗਈ, ਪਛਤਾਇਆ ਕਿ ਗੱਲ ਬਿਲਕੁਲ ਠੀਕ ਹੈ। ਭਾਈ ਲਾਲੋ ਦੇ ਜੀਵਨ ਦਾ ਮੈਂ ਕੀ ਅੰਤ ਪਾ ਸਕਦਾ, ਉਹਦੀ ਸਿਫਤ ਮੈਂ ਕੀ ਕਰ ਸਕਦਾ। ਮੈਨੂੰ ਤੇ ਪਤਾ ਹੀ ਨਹੀਂ ਕਿ ਸੱਚੀ ਸੁੱਚੀ ਕਿਰਤ ਦੀ, ਕੋਧਰੇ ਦੀ ਰੋਟੀ ਦਾ ਆਨੰਦ ਕੀ ਹੁੰਦਾ ਹੈ। ਅੱਜ ਤੱਕ ਮੈਂ ਖੂਨ ਦੇ ਮਾਲ ਪੂੜੇ ਹੀ ਖਾਂਦਾ ਰਿਹਾ। ਜੇ ਕੋਈ ਮੰਨਣ ਵਾਲੇ ਦੀ ਅਵਸਥਾ ਬਿਆਨ ਕਰਨੀ ਚਾਹੇ, ਕਿਵੇਂ ਕਰੇਗਾ? ਜੇ ਕੋ ਕਹੈ ਪਿਛੇ ਪਛਤਾਏ, ਜੇ ਕੋਈ ਉਹਦੀ ਅਵਸਥਾ ਦਾ ਅੰਤ ਪਾਣਾ ਚਾਹੇ, ਉਹਨੂੰ ਪਛਤਾਵਾ ਹੋਏਗਾ। ਲਫ਼ਜ਼ ਨਹੀਂ, ਅੱਖਰ ਨਹੀਂ ਜਿਹੜੇ ਬਿਆਨ ਕਰ ਸਕਣ। ਕਾਗਦ ਕਲਮ ਨਾ ਲਿਖਣ ਹਾਰ, ਕਾਗਜ਼ ਦੇ ਦੱਦੇ ਨੂੰ ਸਿਆਰੀ, ਕਾਗਜ਼ ਉੱਤੇ ਕਲਮ ਨਾ ਲਿਖਣ ਹਾਰ। ਕਲਮ ਦੇ ਨਾਲ ਉਸ ਰੱਬੀ ਪਿਆਰੇ ਦੇ ਜੀਵਨ ਨੂੰ ਲਿਖਿਆ ਨਹੀਂ ਜਾ ਸਕਦਾ। ਮੈਂ ਕਹਾਂ, ਭਾਈ ਸਾਹਿਬ, ਅੱਜ ਜਰਾ ਸਬਜ਼ੀ ਦਾ ਨਮਕ ਲਿਖ ਕੇ ਦੱਸੋ, ਕਿੰਨਾ ਕੁ ਸਬਜ਼ੀ ਵਿੱਚ ਨਮਕ ਹੈ, ਤੇ ਤੁਸੀਂ ਕਹੋ ਕਿ ਸਬਜ਼ੀ ਤੇ ਮੈਂ ਖਾਧੀ ਨਹੀਂ, ਕਿਵੇਂ ਲਿਖਾਂ? ਜਿਹਨੇ ਸਬਜ਼ੀ ਖਾਧੀ ਨਹੀਂ, ਉਹ ਕਿਵੇਂ ਦੱਸੇਗਾ ਸਬਜ਼ੀ 'ਚ ਨਮਕ ਕਿਵੇਂ ਆ? ਕਿਵੇਂ ਲਿਖੇਗਾ? ਸਬਜ਼ੀ ਦੇ ਵਿੱਚ ਹੀ ਕੜਛੀ ਪਈ ਆ, ਕੜਛੀ ਨੂੰ ਪੁੱਛ ਲਓ ਕਿ ਤੂੰ ਤੇ ਸਬਜ਼ੀ ਦੇ ਵਿੱਚ ਹੀ ਹੈ, ਇਹ ਕੜਛੀ ਤੂੰ ਦੱਸ ਸਬਜ਼ੀ 'ਚ ਕਿੰਨਾ ਨਮਕ ਹੈ, ਕਿੰਨੀ ਮਿਰਚ ਹੈ, ਕਿੰਨਾ ਮਸਾਲਾ ਹੈ। ਤੇ ਉਸ ਸਬਜ਼ੀ ਦਾ ਸਵਾਦ ਤੇ ਕੜਛੀ ਨੇ ਵੀ ਨਹੀਂ ਚਖਿਆ, ਹੈ ਸਬਜ਼ੀ ਵਿੱਚ ਹੀ ਪਈ ਹੋਈ ਹੈ। ਕੜਛੀਆਂ ਫਿਰਨ ਸਵਾਉ ਨਾ ਜਾਣਨ ਸੁਣੀਆਂ, ਕੜਛੀਆਂ ਸਬਜ਼ੀ 'ਚ ਫਿਰ ਰਹੀਆਂ ਨੇ, ਪਰ ਸਬਜ਼ੀ ਦੇ ਸਵਾਦ ਨੂੰ ਦੱਸ ਨਹੀਂ ਸਕਦੀਆਂ, ਸੁਣੀਆਂ ਨੇ। ਇਹ ਹਾਲਤ ਸਾਡੀ ਹੈ। ਬਾਣੀ ਤੇ ਦਿਨ ਰਾਤ ਪੜ੍ਹ ਰਹੇ ਹਾਂ, ਪਰ ਅਜੇ ਉਹਦਾ ਸਵਾਦ ਨਹੀਂ ਚਖਿਆ। ਕੜਛੀ ਦੀ ਤਰ੍ਹਾਂ ਸਾਡੀ ਜ਼ਿੰਦਗੀ ਚੱਲ ਰਹੀ ਹੈ। ਫੇਸਬੁੱਕ ਤੇ ਧਰਮ ਦੇ ਨਾਂ ਤੇ ਕਿੰਨੀਆਂ ਗੱਲਾਂ ਹੋ ਰਹੀਆਂ ਨੇ, ਕੜਛੀਆਂ ਨੇ ਤੇ ਹੋਰ ਕੀ। ਇਹ ਸਵਾਦ ਤੇ ਮਾਣਿਆ ਹੀ ਨਹੀਂ ਅਜੇ ਉਸ ਮੁਤਾਬਕ ਜ਼ਿੰਦਗੀ ਜੀਵੀ ਨਹੀਂ, ਗੁਰਬਾਣੀ ਦੇ ਰਸ ਨੂੰ ਚਖਿਆ ਨਹੀਂ, ਗੁਰਬਾਣੀ ਨੂੰ ਜੀਵਨ 'ਚ ਜੀਵਿਆ ਨਹੀਂ, ਰਜ਼ਾ ਦਾ ਆਨੰਦ ਮਾਣਿਆ ਨਹੀਂ। ਕਿਵੇਂ ਪਤਾ ਲੱਗੇ? ਕਾਗਦ ਕਲਮ ਨਾ ਲਿਖਣ ਹਾਰ, ਜਿਨਨੇ ਉਸ ਰਸ ਨੂੰ ਮਾਣ ਲਿਆ ਹੈ, ਕਾਗਜ਼ ਉੱਪਰ ਕਲਮ ਦੇ ਨਾਲ ਲਿਖ ਕੇ ਉਹਦੀ ਸਿਫਤ ਬਿਆਨ ਨਹੀਂ ਹੋ ਸਕਦੀ। ਉਹ ਤੇ ਇੰਨਾ ਆਨੰਦਿਤ, ਇੰਨਾ ਵਿਗਾਸਤਾ ਦੇ ਵਿੱਚ ਹੈ। ਕਵਨ ਬਨੀਰੀ ਤੇਰੀ ਲਾਲੀ, ਲੋਕ ਨੂੰ ਪੁੱਛਦੇ ਨੇ, ਕਵਨ ਰੰਗ ਤੂੰ ਪਈ ਗੁਲਾਲੀ, ਤੇਰੇ ਚਿਹਰੇ ਤੇ ਨੂਰ ਕਿਵੇਂ ਹੈ, ਕਿਵੇਂ ਲਿਖੀਏ? ਤੇਰਾ ਆਨੰਦ ਕਿੰਨਾ, ਕਿਵੇਂ ਲਿਖੀਏ? ਨਹੀਂ ਲਿਖਿਆ ਜਾ ਸਕਦਾ। ਸਾਡੇ ਚਿਹਰੇ ਤੇ ਮੁਰਝਾਏ ਹੋਏ ਨੇ, ਨਿਰਾਸ਼ ਨੇ, ਉਹਨਾਂ ਦੇ ਚਿਹਰੇ ਦਗ-ਦਗ ਕਰਦੇ ਨੇ, ਉਹਨਾਂ ਦਾ ਆਨੰਦ ਕਿਵੇਂ ਲਿਖਿਆ ਜਾਏਗਾ? ਕੋਈ ਪਾਦਰੀ ਆਪਣੇ ਅੱਗੇ ਬਣਨ ਵਾਲੇ ਪਾਦਰੀਆਂ ਨੂੰ ਟ੍ਰੇਨਿੰਗ ਦੇ ਰਿਹਾ ਸੀ, ਪਾਦਰੀ ਕਿਵੇਂ ਬਣੀਦਾ, ਸਪੀਚ ਕਿਵੇਂ ਕਰੀਦੀ ਹੈ, ਲੈਕਚਰ ਕਿਵੇਂ ਕਰੀਦਾ। ਉਹ ਦੱਸ ਰਿਹਾ, ਸਮਝਾ ਰਿਹਾ ਕਿ ਜਦੋਂ ਸਵਰਗ ਦੀ ਗੱਲ ਆਏ, ਤੁਹਾਡੇ ਚਿਹਰੇ ਤੇ ਖੁਸ਼ੀ ਆਉਣੀ ਚਾਹੀਦੀ ਹੈ,
ਅੱਖਾਂ 'ਚ ਚਮਕ ਹੋਵੇ, ਮੱਥੇ ਤੇ ਚਮਕ ਹੋਵੇ, ਤੁਹਾਡੀ ਸ਼ਬਦਾਵਲੀ, ਤੁਹਾਡੀ ਵਰਡਿੰਗ ਐਨ ਨਿਖਰੀ ਹੋਈ ਹੋਵੇ, ਇੱਕ ਇੱਕ ਅੱਖਰ ਮਿੱਠਾ ਬੋਲ ਤੁਹਾਡੀ ਜ਼ੁਬਾਨ 'ਚੋਂ ਨਿਕਲਦਾ ਹੋਵੇ। ਸਵਰਗ ਬਿਆਨ ਕਰੋ, ਤੁਹਾਡੇ ਚਿਹਰੇ ਤੇ ਆਨੰਦ, ਖੁਸ਼ੀ ਹੋਵੇ ਜਦੋਂ ਸਵਰਗ ਦੀ ਤੁਸੀਂ ਚਰਚਾ ਕਰਨੀ ਹੈ, ਜਦੋਂ ਸਵਰਗ ਦੀ ਵਿਆਖਿਆ ਕਰਨੀ ਹੈ। ਤੇ ਜਿਹੜੇ ਟ੍ਰੇਨਿੰਗ ਲੈਣ ਆਏ ਸਨ ਉਹਨਾਂ ਵਿੱਚੋਂ ਇੱਕ ਵਿਦਿਆਰਥੀ ਨੇ ਹੱਥ ਖੜਾ ਕੀਤਾ, ਪਾਦਰੀ ਸਾਹਿਬ, ਜੇ ਨਰਕ ਦਾ ਵਰਣਨ ਕਰਨਾ ਹੋਵੇ ਫਿਰ ਮੂੰਹ ਕਿੱਦਾਂ ਦਾ ਹੋਣਾ ਚਾਹੀਦਾ ਹੈ? ਉਹ ਪਾਦਰੀ ਕਹਿਣ ਲੱਗਾ, ਫਿਰ ਕੋਈ ਵਿਸ਼ੇਸ਼ ਮੂੰਹ ਬਣਾਉਣ ਦੀ ਲੋੜ ਨਹੀਂ, ਤੁਹਾਡੇ ਵੈਸੇ ਹੀ ਚਿਹਰੇ ਨਰਕਾਂ ਵਰਗੇ ਹੀ ਨੇ, ਚਿਹਰੇ ਤੇ ਵੈਸੇ ਹੀ ਮੁਰਦਾਹੀਣਤਾ ਛਾਈ ਹੋਈ ਹੈ, ਵੈਸੇ ਹੀ ਨਰਕ ਬਣੇ ਹੋਏ ਨੇ, ਇਹਦੇ ਲਈ ਤੁਹਾਨੂੰ ਸਪੈਸ਼ਲ ਕੁਝ ਕਰਨ ਦੀ ਲੋੜ ਨਹੀਂ, ਨਰਕ ਤੇ ਹੈ ਹੀ। ਸਵਰਗ ਦੀ ਵਿਆਖਿਆ ਕਰਨ ਲਈ ਚਿਹਰੇ ਤੇ ਆਨੰਦ ਲਿਆਉਣਾ ਪੈਂਦਾ ਹੈ, ਪਰ ਉਹ ਆਨੰਦ ਝੂਠਾ ਹੈ। ਜਿਹਦਾ ਅੰਦਰ ਦਾ ਆਨੰਦ ਹੈ ਉਹਦੇ ਚਿਹਰੇ ਦੀ ਲਾਲੀ ਕੌਣ ਬਿਆਨ ਕਰ ਸਕਦਾ ਹੈ? ਉਹਦੀ ਸਿਫਤ ਕਿਵੇਂ ਲਿਖੀ ਜਾ ਸਕਦੀ ਹੈ? ਕਾਗਜ਼ ਕਲਮ ਨਾ ਲਿਖਣ ਹਾਰ, ਕਾਗਜ਼ ਦੇ ਉੱਪਰ ਕਲਮ ਦੇ ਨਾਲ ਉਹਦੀ ਸਿਫਤ, ਉਹਦੇ ਆਨੰਦ ਨੂੰ ਲਿਖਿਆ ਨਹੀਂ ਜਾ ਸਕਦਾ। ਮੰਨੇ ਕਾ ਬਹਿ ਕਰਨ ਵਿਚਾਰ, ਤੇ ਜਿਹੜਾ ਮੰਨ ਲੈਂਦਾ ਉਸ ਮੰਨੇ ਹੋਈ ਦੀ ਲੋਕ ਵਿਚਾਰਾਂ ਕਰਦੇ ਨੇ, ਉਹਦੀ ਸਿਫਤ ਸਲਾਹ ਕਰਦੇ ਨੇ। ਜਿਹੜਾ ਉਸ ਰੱਬੀ ਰਜਾ 'ਚ ਜ਼ਿੰਦਗੀ ਜਿਉਂ ਲੈਂਦਾ ਹੈ ਉਹਦੇ ਇਤਿਹਾਸ ਗਾਏ ਜਾਂਦੇ ਨੇ, ਉਹਦੀਆਂ ਢਾਡੀ ਵਾਰਾਂ ਗਾਈਆਂ ਜਾਂਦੀਆਂ ਨੇ, ਉਹਦੀਆਂ ਕਵਿਸ਼ਰੀਆਂ ਗਾਈਆਂ ਜਾਂਦੀਆਂ ਨੇ, ਸਟੇਜਾਂ ਉੱਪਰ ਉਹਨਾਂ ਦਾ ਜਸ ਗਾਇਆ ਜਾਂਦਾ ਹੈ। ਇਹਨਾਂ ਨੇ ਮੰਨਿਆ ਹੈ, ਜੀਵਨ ਵਿੱਚ ਢਾਲਿਆ ਹੈ, ਇਹਨਾਂ ਦੇ ਆਨੰਦ ਦਾ ਵਰਣਨ ਕੌਣ ਕਰ ਸਕਦਾ ਹੈ? ਇਹ ਰਜ਼ਾ ਵਿੱਚ ਰਹੇ ਨੇ, ਰੱਬੀ ਹੁਕਮਾਂ 'ਚ ਜ਼ਿੰਦਗੀ ਜੀਵੀ ਹੈ, ਇਹ ਸੱਚ ਤੇ ਇਹਨਾਂ ਨੇ ਪਹਿਰਾ ਦਿੱਤਾ ਹੈ, ਇਹਨਾਂ ਨੇ ਜ਼ੁਲਮ ਦੇ ਖਿਲਾਫ ਟੱਕਰ ਲਈ ਹੈ, ਹੱਕ ਦੀ ਖਾਤਰ ਲੜੇ ਨੇ, ਉਹਨਾਂ ਦੀ ਸਿਫਤ ਬਿਆਨ ਕੀਤੀ ਜਾਂਦੀ ਹੈ। ਕਾਜੀ ਪੁੱਛਦਾ ਹੈ ਭਾਈ ਮਤੀ ਦਾਸ ਨੂੰ ਕਿ ਮਤੀ ਦਾਸ, ਤੇਰੇ ਸਾਹਮਣੇ ਦੋ ਚੀਜ਼ਾਂ ਨੇ, ਕਿਹੜੀਆਂ ਸਵੀਕਾਰ ਕਰੇਗਾ? ਇੱਕ ਪਾਸੇ ਦੁਨੀਆ ਦੇ ਸੁੱਖ ਨੇ ਤੇਰੇ ਸਾਹਮਣੇ, ਇਸਲਾਮਕ ਦਾਇਰੇ ਦੇ ਵਿੱਚ ਆ ਜਾ, ਤੈਨੂੰ ਬਾਦਸ਼ਾਹ ਦੇ ਦਰਬਾਰ ਦਾ ਖਾਸ ਦਰਬਾਰੀ ਬਣਾ ਦਿੱਤਾ ਜਾਏਗਾ, ਬੇਗਮਾਂ ਦੇ ਡੋਲੇ ਮਿਲ ਜਾਣਗੇ, ਸੋਨੇ ਚਾਂਦੀ ਦੀਆਂ ਮੋਹਰਾਂ ਤੇਰੇ ਕਦਮਾਂ 'ਚ ਵਿਛਾ ਦਿਆਂਗੇ। ਤੇ ਦੂਜੀ ਚੀਜ਼, ਆਹ ਪਿਆ ਤਿੱਖਾ ਆਰਾ, ਆਰੇ ਨਾਲ ਤੇਰੇ ਸਰੀਰ ਦੇ ਦੋ ਟੁਕੜੇ ਕਰ ਦਿਆਂਗੇ, ਦੱਸ ਕੀ ਚੁਣਨਾ ਹੀ? ਭਾਈ ਮਤੀ ਦਾਸ ਆਖਦੇ ਨੇ, ਕਾਜ਼ੀ, ਦੋ ਵਿੱਚੋਂ ਇੱਕ ਦੀ ਚੋਣ ਉਹ ਕਰ ਸਕਦਾ ਹੈ ਜਿਹਨੂੰ ਦੋਨੋਂ ਸਵਾਦ ਚਖੇ ਹੋਣ। ਦੁਨੀਆ ਦੇ ਸੁੱਖਾਂ ਦਾ ਸਵਾਦ ਮੈਂ ਚੱਖ ਚੁੱਕਿਆ, ਮੇਰੀ ਪਤਨੀ ਹੈ, ਮੇਰੇ ਸੋਹਣੇ ਬੱਚੇ ਹਨ, ਮਾਇਆ ਦੀ ਕਮੀ ਨਹੀਂ ਹੈ, ਮਾਣ ਸਤਕਾਰ ਬੜਾ ਹੈ, ਤੂੰ ਦਰਬਾਰੀ ਬਣਾਣੇ, ਮੈਂ ਗੁਰੂ ਕੇ ਦਰ ਦਾ ਦੀਵਾਨ ਹਾਂ, ਸੱਚੇ ਪਾਤਸ਼ਾਹ ਦਾ ਦੀਵਾਨ ਹਾਂ, ਝੂਠੇ ਦਾ ਦਰਬਾਰੀ ਕਿਉਂ ਬਣਨਾ? ਮੈਂ ਸੱਚੇ ਦਾ ਦੀਵਾਨ ਹਾਂ। ਸੁੱਖਾਂ ਦੀ ਕਮੀ ਨਹੀਂ, ਸੁੱਖਾਂ ਦਾ ਰਸ, ਸੁੱਖਾਂ ਦਾ ਸਵਾਦ ਚੱਖ ਚੁੱਕਿਆ, ਪਰ ਅਜੇ ਤੱਕ ਮੈਂ ਤੇਰੇ ਆਰੇ ਦੇ ਤਿੱਖੇ ਦੰਦਿਆਂ ਦਾ ਸਵਾਦ ਨਹੀਂ ਚਖਿਆ। ਜਰਾ ਇਹ ਵੀ ਸਵਾਦ ਚਖਾ ਕੇ ਦਿਖਾ ਦੇ, ਫਿਰ ਮੈਂ ਤਾਂ ਹੀ ਦੱਸ ਸਕਾਂਗਾ ਦੋਨਾਂ ਵਿੱਚੋਂ ਕਿਹੜਾ ਸਵਾਦ ਵਧੀਆ ਹੈ। ਕਾਜ਼ੀ ਹੈਰਾਨ ਹੋਇਆ, ਉਹਨੇ ਜਲਾਦ ਨੂੰ ਇਸ਼ਾਰਾ ਕੀਤਾ, ਜਲਾਦਾਂ ਨੇ ਸਿਰ ਤੇ ਆਰਾ ਰੱਖਿਆ, ਆਰਾ ਚੱਲਿਆ, 4 ਕੁ ਉਂਗਲਾਂ ਆਰੇ ਦਾ ਚੀਰ ਸੀਸ ਵਿੱਚ ਪਿਆ, ਸੀਸ ਵਿੱਚੋਂ ਖੂਨ ਫੁਹਾਰੇ ਦੀ ਤਰ੍ਹਾਂ ਨਿਕਲਿਆ, ਦਾੜੇ ਉੱਪਰ ਆ ਕੇ ਲਾਲ ਮੋਤੀਆਂ ਦੀ ਤਰ੍ਹਾਂ ਚਮਕਣ ਲੱਗ ਪਿਆ। ਕਾਜ਼ੀ ਨੇ ਇਸ਼ਾਰਾ ਕੀਤਾ, ਜਲਾਦਾਂ ਆਰਾ ਚੁੱਕ ਕੇ ਇੱਕ ਪਾਸੇ ਰੱਖ ਦਿੱਤਾ। ਕਾਜ਼ੀ ਕਹਿਣ ਲੱਗਾ, ਹੁਣ ਦੱਸ, ਹੁਣ ਤੇ ਤੂੰ ਦੋਨੋਂ ਸਵਾਦ ਚੱਖ ਲਏ ਨੇ, ਹੁਣ ਤੇ ਦੁਨੀਆ ਦਾ ਸੁੱਖਾਂ ਦਾ ਸਵਾਦ ਵੀ ਤੂੰ ਚਖਿਆ ਹੋਇਆ, ਅੱਜ ਆਰੇ ਦੇ ਤਿੱਖੇ ਦੰਦਿਆਂ ਦਾ ਸਵਾਦ ਵੀ ਚੱਖ ਲਿਆ, ਦੱਸ ਕਿਹੜਾ ਸਵਾਦ ਤੈਨੂੰ ਵਧੀਆ ਲੱਗਿਆ, ਕਿਹੜੀ ਚੀਜ਼ ਤੂੰ ਚੁਣਦਾ? ਤੇ ਭਾਈ ਮਤੀ ਦਾਸ ਆਖਦੇ ਨੇ, ਉਹ ਕਾਜ਼ੀ, ਅੱਜ ਤੱਕ ਮੈਂ ਭੁੱਲਿਆ ਰਿਹਾ ਜਿਹੜਾ ਸੁੱਖ, ਜਿਹੜਾ ਆਨੰਦ ਮੈਨੂੰ ਆਰੇ ਦੇ ਤਿੱਖੇ ਦੰਦਿਆਂ 'ਚੋਂ ਪ੍ਰਾਪਤ ਹੋਇਆ, ਦੁਨੀਆ ਦੇ ਪਦਾਰਥਾਂ 'ਚੋਂ ਇਹ ਆਨੰਦ ਅੱਜ ਤੱਕ ਨਹੀਂ ਮਿਲਿਆ। ਸੱਚ ਹੱਕ ਦੀ ਖਾਤਰ ਜੋ ਸ਼ਹਾਦਤ ਦੇਣ ਦਾ ਆਨੰਦ ਹੈ ਨਾ, ਉਹ ਦੁਨੀਆ ਦੇ ਪਦਾਰਥਾਂ 'ਚ ਹੈ ਹੀ ਨਹੀਂ। ਜਿਹੜਾ ਕੰਡੇ ਦੀ ਪੀੜ ਬਰਦਾਸ਼ਤ ਨਹੀਂ ਕਰ ਸਕਦਾ, ਉਹਨੂੰ ਕੀ ਪਤਾ ਹੈ ਆਰੇ ਦੇ ਚਿਰਾਨ ਦਾ ਸੁੱਖ ਕਿੰਨੇ? ਜਦੋਂ ਸੱਚ ਦੇ ਨਾਲ ਕੋਈ ਖੜਿਆ ਹੋਵੇ, ਜਦੋਂ ਝੂਠ ਦੇ ਖਿਲਾਫ ਕੋਈ ਲੜ ਰਿਹਾ ਹੋਵੇ, ਉਦੋਂ ਕਿੰਨਾ ਆਨੰਦ ਹੈ ਸਮਾਜ ਦੇ ਭਲੇ ਦੇ ਲਈ। ਕਾਜ਼ੀ ਆਖਦਾ, ਤੇਰੀ ਕੋਈ ਅੰਤਮ ਇੱਛਾ ਹੋਵੇ ਤੇ ਦੱਸ। ਭਾਈ ਮਤੀ ਦਾਸ ਆਖਦੇ ਨੇ, ਇੱਕ ਨਹੀਂ 2 ਮੇਰੀਆਂ ਖੁਆਇਸ਼ਾਂ ਨੇ, ਪੂਰੀਆਂ ਕਰ ਸਕਦਾ ਹੋਵੇ ਤੇ ਕਰ ਦੇਈ। ਕਿਹੜੀਆਂ? ਪਹਿਲੀ ਇੱਛਾ, ਜਦੋਂ ਮੇਰੇ ਸੀਸ ਤੇ ਆਰਾ ਚੱਲੇ ਉਦੋਂ ਮੇਰਾ ਮੁਖ ਮੇਰੇ ਗੁਰੂ ਵਾਲੇ ਪਾਸੇ ਹੋਣਾ ਚਾਹੀਦਾ ਹੈ। ਪੁੱਛਿਆ, ਉਹ ਕਿਉਂ? ਯਾਦ ਰੱਖਿਓ, ਭਗਤਾਂ ਨੇ ਬਾਣੀ ਰਚੀ, ਸਿੱਖਾਂ ਨੇ ਉਸ ਬਾਣੀ ਦੇ ਅਰਥ ਆਪਣੇ ਹੱਡਾਂ ਨਾਲ ਕਰਕੇ ਦਿਖਾਏ ਨੇ। ਭਗਤ ਕਬੀਰ ਜੀ ਬਾਣੀ ਚ ਆਖਦੇ ਨੇ, ਕਰਵਤ ਭਲਾ ਨਾ ਕਰਵਟ ਤੇਰੀ। ਪਹਿਲੇ ਕਰਵਤ ਦਾ ਅਰਥ ਹੈ ਆਰਾ, ਦੂਜੇ ਕਰਵਟ ਦਾ ਅਰਥ ਹੈ ਪਿੱਠ। ਆਰਾ ਮੈਂ ਸਹਾਰ ਲਾਵਾਂਗਾ, ਪਰ ਮੈਂ ਆਪਣੇ ਪਿਆਰੇ ਦੀ ਪਿੱਠ ਨਹੀਂ ਸਾਰ ਸਕਦਾ, ਮੈਂ ਤੇਰੀ ਪਿੱਠ ਨਹੀਂ ਸਾਰ ਸਕਦਾ, ਤੇਰੇ ਤੋਂ ਬੇਮੁਖ ਨਹੀਂ ਹੋ ਸਕਦਾ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ।
ਉਹ ਕਾਜ਼ੀ, ਗੁਰੂ ਵੱਲ ਮੇਰਾ ਮੁੱਖ ਹੋਵੇ, ਪਿੱਠ ਨਹੀਂ। ਗੁਰੂ ਵੱਲ ਪਿੱਠ ਹੋਵੇ, ਤੂੰ ਇੱਕ ਆਰਾ ਚਲਾਏਗਾ, 1000 ਆਰਿਆਂ ਦਾ ਦੁੱਖ ਮਹਿਸੂਸ ਕਰਾਂਗਾ। ਤੇ ਜੇ ਮੇਰਾ ਗੁਰੂ ਵੱਲ ਮੁੱਖ ਹੋਵੇ, ਤੂੰ 1000 ਆਰੇ ਚਲਾਈ ਜਾਈ, ਇੱਕ ਦੀ ਵੀ ਪ੍ਰਵਾਹ ਨਹੀਂ। ਕਾਜ਼ੀ ਆਖਦਾ ਪੀੜ ਬੜੀ ਹੋਏਗੀ, ਬਹੁਤ ਦਰਦ ਹੋਏਗੀ। ਤੇ ਭਾਈ ਸਾਹਿਬ ਆਖਦੇ ਨੇ, ਜੋ ਤਨ ਚੀਰੈ ਅੰਗ ਨਾ ਮੋਰੋਂ, ਪਿੰਡ ਪਰੈ ਤੂੰ ਪ੍ਰੀਤ ਨਾ ਤੋਰੋਂ। ਤੂੰ ਸਰੀਰ ਦੇ ਟੁਕੜੇ ਕਰ, ਮੈਂ ਆਪਣਾ ਇੱਕ ਵੀ ਅੰਗ ਪਿੱਛੇ ਨਹੀਂ ਮੁੜਾਂਗਾ, ਮੇਰੀ ਪ੍ਰੀਤ ਨਹੀਂ ਟੁੱਟਣੀ ਚਾਹੀਦੀ। ਦੂਜੀ ਇੱਛਾ ਭਾਈ ਸਾਹਿਬ ਆਖਦੇ, ਜਲਾਦ ਨੂੰ ਦੱਸਾਂਗਾ। ਉਹ ਜਲਾਦ, ਆਰਾ ਆਰਾਮ ਨਾਲ ਚਲਾਈ, ਕਾਹਲੀ ਨਾ ਕਰੀ। ਜਲਾਦ ਹੈਰਾਨ ਹੋਇਆ। ਭਾਈ ਮਤੀ ਦਾਸ, ਅੱਜ ਤੱਕ ਜਿੰਨੇ ਮੇਰੇ ਹੱਥੋਂ ਮਰੇ ਨੇ, ਹਰ ਇੱਕ ਨੇ ਕਿਹਾ ਜਲਦੀ ਮਾਰਦੀ, ਤੜਫਾਈ ਨਾ, ਤੂੰ ਕਹਿੰਦਾ ਆਰਾ ਹੌਲੀ ਹੌਲੀ ਚਲਾਈ। ਕਾਰਨ? ਭਾਈ ਸਾਹਿਬ ਕਹਿਣ ਲੱਗੇ, ਮੈਂ ਜਪਜੀ ਸਾਹਿਬ ਦਾ ਪਾਠ ਕਰਨ ਲੱਗਿਆ। ਜਿੰਨਾ ਚਿਰ ਮੈਂ ਕੀਤੀ ਛੁੱਟੀ ਨਾਲ ਨਾ ਕਹਿ ਲਵਾਂ, ਮੇਰੀ ਜੀਭ ਨਾ ਕੱਟੀ, ਮੈਂ ਜ਼ਿਆਦਾ ਤੋਂ ਜ਼ਿਆਦਾ ਬਾਣੀ ਪੜ੍ਹਨੀ ਚਾਹੁੰਦਾ। ਸੀਸ ਤੇ ਆਰਾ ਚੱਲਿਆ, ਅਰਧੋ ਅਰਧ ਚਰਾਏ ਸੁਡਾਰਾ, ਪਰਿਓ ਪ੍ਰਿਥਵੀ ਪਰ ਦਵੈ ਫਾਰਾ, ਦੋਨੋਂ ਤਨ ਤੇ ਜਪਜੀ ਪੜੇ हैं, हेरत सब का अचरज बड़े हैं। लोग हैरान हो गए, सिख दे टुकड़े दो हो गए। उन्हें आखिरी साह तक जपजी साहब की बाणी नहीं सी छड्डी। ਉਹ ਸਿੱਖਾ, ਤੈਨੂੰ ਤੇ ਕਿਸੇ ਨੇ ਕੈਦ ਵੀ ਨਹੀਂ ਕੀਤਾ, ਤੇਰੇ ਤੇ ਸਿਰ ਤੇ ਕੋਈ ਆਰਾ ਵੀ ਨਹੀਂ ਚਲਾ ਰਿਹਾ, ਤੂੰ ਤੇ ਦੁਨੀਆ ਦੇ ਸੁੱਖ ਭੋਗ ਰਹੇ ਹੈ, ਮਹਿਲਾਂ ਮਾੜੀਆਂ ਦੇ ਵਿੱਚ ਦੁਨੀਆ ਦੇ ਪਦਾਰਥਾਂ ਵਿੱਚ ਆਨੰਦ ਲੈ ਰਹੇ ਹੈ, ਦੁਨੀਆ ਦੇ ਸੁੱਖ ਮਾਣ ਰਿਹਾ ਹੈ। ਤੂੰ ਜਪਜੀ ਤੋਂ ਇੰਨੀ ਦੂਰ ਕਿਉਂ ਚਲਾ ਗਿਆ? ਜਿਨ੍ਹਾਂ ਦੇ ਸਿਰ ਤੇ ਆਰੇ ਚੱਲਦੇ ਨੇ, ਉਹਨਾਂ ਜਪਜੀ ਨੂੰ ਨਹੀਂ ਛੱਡਿਆ। ਤੂੰ ਤੇ ਦੁਨੀਆ ਦੇ ਸੁੱਖ ਮਾਣਦਿਆਂ ਹੋਇਆਂ ਵੀ ਜਪਜੀ ਦਾ ਬਾਣੀ ਦਾ ਪਾਠ ਕਰਨ ਨੂੰ ਤਿਆਰ ਨਹੀਂ। ਤੈਨੂੰ ਤੇ ਯਾਦ ਨਹੀਂ ਜਪਜੀ ਦਾ ਪਾਠ ਵੀ ਕਰਨਾ ਹੈ, ਉਹਨੂੰ ਸਮਝਣਾ ਵੀ ਹੈ। ਤੇ ਜਿੰਨੇ ਬਾਣੀ ਨੂੰ ਪੜ੍ਹ ਕੇ ਜੀਵਨ 'ਚ ਜੀਵੀ ਹੈ, ਉਹਦੀ ਅਵਸਥਾ ਕੌਣ ਬਿਆਨ ਕਰੇਗਾ? ਆਰੇ ਦੇ ਤਿੱਖੇ ਦੰਦੇ ਵੀ ਉਹਦੇ ਆਨੰਦ ਨੂੰ ਖੋ ਨਹੀਂ ਸਕਦੇ। ਬਲਕਿ ਲੋਕ ਐਸੇ ਸੱਚੇ ਮਹਾਂਪੁਰਖਾਂ ਦੀਆਂ ਜੀਵਨੀਆਂ ਗਾਉਂਦੇ ਹਨ, ਇਤਿਹਾਸ ਗਾਉਂਦੇ ਹਨ, ਕਵੀ ਸ਼੍ਰੀ ਢਾਡੀ ਵਾਰਾਂ ਗਾਉਂਦੇ ਹਨ, ਉਹਦੀਆਂ ਵਿਚਾਰਾਂ ਕਰਦੇ ਹਨ। ਮੰਨੇ ਕਾ ਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ। ਪ੍ਰਭੂ ਦਾ ਨਾਮ ਹੀ ਐਸਾ ਨਿਰੰਜਨ ਹੈ। ਨਿਰੰਜਨ ਮੈਨੇ ਨਿਰਅੰਜਨ, ਅੰਜਨ ਮੀਨਸ ਕਾਲਖ, ਵਿਕਾਰਾਂ ਦੀ ਕਾਲਖ ਤੋਂ ਰਹਿਤ, ਮਾਇਆ ਦੀ ਕਾਲਖ ਤੋਂ ਰਹਿਤ। ਪ੍ਰਭੂ ਦਾ ਨਾਮ ਹੀ ਵਿਕਾਰਾਂ ਦੀ ਕਾਲਖ ਤੋਂ ਪਰੇ ਹੈ। ਕੋਈ ਵਿਕਾਰ ਛੂੰਦਾ ਹੀ ਨਹੀਂ ਪ੍ਰਭੂ ਦੇ ਨਾਮ ਨੂੰ। ਪ੍ਰਭੂ ਦਾ ਨਾਮ ਹੈ ਉਹਦੇ ਸਾਰੇ ਗੁਣ, ਗੁਣਾਂ ਨੂੰ ਵਿਕਾਰ ਨਹੀਂ ਛੂੰਦਾ। ਸੱਚ ਨੂੰ ਝੂਠ ਨਹੀਂ ਛੋ ਸਕਦਾ, ਨਿਮਰਤਾ ਨੂੰ ਹੰਕਾਰ ਨਹੀਂ ਛੋ ਸਕਦਾ, ਦਇਆ ਨੂੰ ਹਿੰਸਾ ਨਹੀਂ ਛੋ ਸਕਦੀ, ਸਬਰ ਨੂੰ ਲੋਭ ਨਹੀਂ ਛੋ ਸਕਦਾ, ਨਿਮਰਤਾ ਨੂੰ, ਮਿੱਠੇ ਬੋਲਾਂ ਨੂੰ ਕ੍ਰੋਧ ਨਹੀਂ ਛੋ ਸਕਦਾ। ਵਿਕਾਰ ਛੋਂਦੇ ਹੀ ਨਹੀਂ ਹਨ। ਪ੍ਰਭੂ ਦਾ ਨਾਮ ਕਮਲ ਦੇ ਫੁੱਲ ਦੀ ਤਰ੍ਹਾਂ ਹੈ, ਚਿੱਕੜ ਵਿੱਚ ਰਹਿੰਦਿਆਂ ਨਿਰਲੇਪ ਹੈ। ਜਿਸ ਦਿਨ ਐਸੇ ਨਾਮ ਨਾਲ ਕੋਈ ਜੁੜ ਜਾਂਦਾ ਹੈ, ਉਹ ਗੁਰਮੁਖ ਕਮਲ ਦੇ ਫੁੱਲ ਦੀ ਤਰ੍ਹਾਂ ਹੋ ਜਾਂਦਾ ਹੈ। ਸੰਸਾਰ ਵਿੱਚ ਰਹਿੰਦਿਆਂ ਵਿਕਾਰਾਂ ਤੋਂ ਨਿਰਲੇਪ ਹੋ ਜਾਂਦਾ ਹੈ। ਉਹਦੀ ਸੁਗੰਧੀ ਬਣੀ ਰਹਿੰਦੀ ਹੈ, ਉਹਦੀ ਕੋਮਲਤਾ ਬਣੀ ਰਹਿੰਦੀ ਹੈ, ਉਹਦਾ ਆਨੰਦ ਬਣਿਆ ਰਹਿੰਦਾ ਹੈ। ਕਮਲ ਦੇ ਫੁੱਲ ਦੀ ਤਰ੍ਹਾਂ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਹਿ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੇ। ਉਹ ਵੀ ਕਮਲ ਦੇ ਫੁੱਲ ਦੀ ਤਰ੍ਹਾਂ ਖਿੜਿਆ ਰਹਿੰਦਾ ਹੈ, ਵਿਕਾਸ ਵਿੱਚ ਰਹਿੰਦਾ ਹੈ। ਪ੍ਰਭੂ ਦਾ ਨਾਮ ਨਿਰੰਜਨ ਹੈ, ਜਿਹੜਾ ਨਿਰੰਜਨ ਕਰ ਦਿੰਦਾ ਹੈ। ਐਸਾ ਨਾਮ ਨਿਰੰਜਨ ਹੋਏ। ਤੇ ਜਿਹੜਾ ਉਸ ਨਾਮ ਨਾਲ ਜੁੜ ਜਾਂਦਾ ਹੈ, ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਐਸੇ ਨਾਮ ਨਿਰੰਜਨ ਨੂੰ ਮਨ ਜਾਣੈ, ਉੱਥੇ ਮੰਮੇ ਤੇ ਟਿੱਪੀ ਹੈ, ਮੰਨ ਕੇ ਭਾਵ ਸਮਝ ਕੇ ਵਿਚਾਰ ਕੇ ਮੰਨ ਲਏ। ਮਨ ਕੋਏ, ਦੂਜੇ ਮਨ ਦੇ ਮੰਮੇ ਤੇ ਟਿੱਪੀ ਨਹੀਂ, ਉੱਥੇ ਮਨ ਦੇ ਨੰਨੇ ਸਿਆਰੀ ਮਨ ਵਿੱਚ ਕੋਈ ਗੁਰੂ ਦੇ ਹੁਕਮਾਂ ਨੂੰ ਮੰਨ ਲਏ। ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਗੁਰੂ ਦੇ ਹੁਕਮਾਂ ਨੂੰ ਮਨ ਵਿੱਚ ਮੰਨ ਲਵੇ, ਉਹਦੀ ਜ਼ਿੰਦਗੀ ਨਿਰੰਜਨ ਹੋ ਜਾਂਦੀ ਹੈ। ਕਮਲ ਦੇ ਫੁੱਲ ਦੀ ਤਰ੍ਹਾਂ ਉਹ ਖੇੜੇ 'ਚ ਆ ਜਾਂਦਾ ਹੈ, ਆਨੰਦ ਵਿੱਚ ਆ ਜਾਂਦਾ ਹੈ। ਦੁਨੀਆ ਦਾ ਕੋਈ ਦੁੱਖ ਪਾਪ ਵਿਕਾਰ ਉਹਨੂੰ ਛੋਹ ਨਹੀਂ ਸਕਦਾ। ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਰੱਬੀ ਹੁਕਮਾਂ ਨੂੰ ਜ਼ਿੰਦਗੀ ਵਿੱਚ ਆਪਣੇ ਮਨ ਦੇ ਵਿੱਚ ਮੰਨ ਲਵੇ, ਮਨ ਬਚਨ ਕਰਮ ਦੇ ਵਿੱਚ ਇਕਸਾਰਤਾ ਆ ਜਾਏ, ਸ਼ੁਭ ਗੁਣ ਜ਼ਿੰਦਗੀ 'ਚੋਂ ਪ੍ਰਗਟ ਹੋ ਜਾਣ, ਮਨ ਸਾਚਾ ਮੁਖ ਸਾਚਾ ਸੋਈ ਹੋ ਜਾਏ, ਉਹਦਾ ਜੀਵਨ ਸਚਿਆਰ ਹੋ ਜਾਂਦਾ ਹੈ। ਹੋਈਆਂ ਭੁੱਲਾਂ ਖਿਮਾ। ਮੰਨੀ ਦਾ ਕਿਵੇਂ ਹੈ, ਮੰਨਣ ਨਾਲ ਕੀ ਹੁੰਦਾ ਹੈ, ਇਸ ਸੰਬੰਧੀ ਅਗਲੀਆਂ ਪੌੜੀਆਂ 'ਚ ਵਿਚਾਰਾਂ ਕਰਾਂਗੇ ਜੀ। ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।